बिस्मिल्लाहिर्रहमानिर्रहीम अस्सलाम वालेकुम व्यूअर्स, मैं हूं बिलाल नज़ीर। आप देख रहे हैं बिजनेस इन्फो यूट्यूब चैनल। नाजरीन, आज की वीडियो गोट फार्मिंग के हवाले से है। देसी और दोगली बकरियों के हवाले से आपको तमाम तर तफसीलात हमारे बुज़ुर्ग आज देंगे। ये बुज़ुर्ग जो हैं, इनका कहना है कि काफ़ी अरसा कराची में काम करने के बाद अब जब ये पंजाब वापस आए तो ये कुछ भी नहीं कर पाते थे, क्योंकि इनका जो लेफ़्ट हैंड है, आर्म है, बाजू है, वो इतना ज़्यादा काम नहीं कर सकता। तो उन्होंने बकरियां रखी और उनका कहना है कि कोई भी शख्स जो कुछ भी नहीं कर सकता, जो फारिग है, नौजवान है, बच्चा है, बूढ़ा है, जवान है, वो बकरियां रखे, क्योंकि इसमें बहुत ज़्यादा बरकत है। और वो शर्तिया ये बात कर रहे हैं कि अगर बकरियां रखी जाएं अच्छे तरीके से तो इससे बहुत ज़्यादा मुनाफा कमाया जा सकता है। इनकी कहानी इन्हीं की ज़ुबानी सुनते हैं, क्योंकि इनका कहना है कि वो सादकाबाद से 6 अदद बकरियां लेके आए थे और आज उनके पास 17-18 बकरियां हैं। तो ये सारी की सारी तफसीलात हम इन्हीं की ज़ुबानी सुनते हैं। तो आइए इस चैनल को सब्सक्राइब कीजिए, बेल आइकन को भी दबा दीजिए, ताकि जैसे ही हम वीडियो अपलोड करें आप तक नोटिफिकेशन पहुंचता रहे। इस वीडियो को लाइक ज़रूर कीजिएगा और उन लोगों तक, उन भाइयों तक, बुज़ुर्गों तक जो बेरोज़गार हैं, ये वीडियो उन तक ज़रूर शेयर कीजिएगा, उन तक पहुंचाइएगा, नेकी की खातर, सवाब की खातर। तो नाजरीन, आइए आज की मुफीद मालूमात इन बुजुर्गों की ज़ुबानी सुनते हैं। अस्सलाम वालेकुम बुजुर्गो। वालेकुम सलाम। बुजुर्गो की नाम है ਤੁਹਾਡਾ? मेरा नाम है जी सजाद सुके चक ਦਾ ਨੰਬਰਦਾਰ। ठीक है, सजाद नंबरदार साहब सुके चक। सुके चक ਦੇ। अच्छा, ਤੁਸੀਂ ਇਹ ਦੱਸਿਓ ਕਿ ਇਹ ਬੱਕਰੀਆਂ ਕਦੋਂ ਤੋਂ ਰੱਖੀਆਂ ਨੇ ਤੁਸੀਂ? ਇਹ ਬੱਕਰੀਆਂ ਮੈਂ ਇੱਕ ਸਾਲ ਲਿਆਂਦੀਆਂ ਸਾਦਕਾਬਾਦੋਂ। ਅੱਛਾ। ਇਹ ਲਿਆਂਦੀਆਂ 60,000 ਦੀਆਂ ਬੱਕਰੀਆਂ ਲਿਆਂਦੀਆਂ ਨੇ। 4 ਬੱਕਰੀਆਂ ਲਿਆਂਦੀਆਂ ਹਨ, ਇੱਕ ਲੇਲਾ ਲਿਆਂਦਾ ਸੀ, 5 ਨਗ ਲਿਆਂਦੇ ਹਨ। ਤੇ ਉਹਨਾਂ ਮੈਨੂੰ 500 ਰੁਪਏ ਕਿਰਾਇਆ ਲਿਆ ਸੀ ਇੱਥੋਂ ਤੱਕ ਆਉਣ ਦਾ। ਅੱਛਾ। ਤੇ ਸਿਆਲਕੋਟ ਮਤਲਬ ਲਾ ਕੇ ਲਾਈਆਂ ਹਨ, ਅੱਗੋਂ ਚਾਂਦਗਾੜੀ ਦਾ ਆਪਣਾ ਪਿੰਡ ਲਿਆਂਦੀਆਂ ਹਨ। ਹਾਂ ਤੇ ਅੱਲਾ ਦਾ ਸਾਦਕਾਬਾਦ ਤੋਂ ਇੱਥੇ ਕਿਰਾਇਆ ਥੋੜਾ ਨਹੀਂ? ਨਹੀਂ, ਇੰਨਾ ਕਿਰਾਇਆ ਲੱਗਾ। 5,000 ਰੁਪਏ ਲਿਆ ਉਹਨਾਂ। 2 ਸਵਾਰੀਆਂ ਹਨ ਤੇ 2 ਬਾਕੀ 5 ਨਗ। ਤੇ 5 ਨਗ ਤੁਸੀਂ ਉੱਥੋਂ ਕਿਹੜੀ ਨਸਲ ਦੇ ਲਏ? ਨਸਲ ਇਹ ਦੋਗਲੀਆਂ ਬੱਕਰੀਆਂ। ਦੋਗਲੀਆਂ ਬੱਕਰੀਆਂ ਨੇ ਜੀ ਜੀ। ਠੀਕ ਹੈ। ਤੇ ਐਡੀ ਦੂਰੋਂ ਜਾ ਕੇ ਵੀ ਦੋਗਲੀਆਂ ਤੋਂ ਲਿਆਂਦੀਆਂ? ਉਹ ਜੋ ਬੰਦਾ ਜਿਹੜਾ ਨਾਲ ਸੀ ਪਹਿਲੀ ਦਫਾ ਗਿਆ ਹਨ, ਹਰਿਆਣੇ ਦੇਸੀ ਹਨ, ਰਾਜਨਪੁਰੀ ਲੈਣ ਗਿਆ ਹਨ। ਉਹ ਕਹਿੰਦੇ ਹਨ ਜੀ ਇਹ ਬੱਕਰੀਆਂ ਜਿਹੜੀਆਂ ਨੇ ਉੱਥੇ ਜਾ ਕੇ ਪਾਣੀ ਲਾਗ ਹੋ ਜਾਂਦਾ, ਇਸ ਵਾਸਤੇ ਫਿਰ ਮੈਂ ਦੋਗਲੀਆਂ ਬੱਕਰੀਆਂ ਜਿਹੜੀਆਂ ਉੱਥੋਂ ਲਿਆ ਦੀਆਂ। ਤੇ ਤੁਸੀਂ ਕਿਸੇ ਬੰਦੇ ਕੋਲ ਪੁੱਛਿਆ ਨਹੀਂ ਕਿ ਪਾਣੀ ਲਾਗ ਹੋਏਗਾ ਜਾਂ ਨਹੀਂ? ਨਹੀਂ, ਮੈਂ ਨਹੀਂ ਉੱਥੇ ਆਪ ਨੂੰ ਪੁੱਛਿਆ ਇਹਨਾਂ ਨੂੰ। ਮਤਲਬ ਫਿਰ ਮੈਂ ਆ ਕੇ ਮੈਂ ਟੀਕੇ ਸ਼ੀਕੇ ਲਵਾਏ, ਮਤਲਬ ਸੈੱਟ ਹੋ ਗਈਆਂ ਹਨ ਇਹ ਵੀ। ਠੀਕ ਹੈ। ਇਹ 6 ਬੱਕਰੀਆਂ ਦਸੀਆਂ ਜੇ? ਆ 5 ਨਗ। 5 ਨਗ ਕਿੰਨੇ ਦੇ ਆਏ? 5 ਨਗ 60,000 ਦੇ। 60,000 ਦੇ ਆਏ। ਤੇ ਦੇਰ ਹੋ ਗਈ ਲਿਆਉਂਦੇ ਆ? 1 ਸਾਲ। 1 ਸਾਲ ਚ ਹੁਣ ਕਿੰਨੇ ਬਣ ਗਏ ਨੇ? ਉਹਨਾਂ ਦਾ ਕੀਤਾ ਤੇ ਹੈ ਨਾ ਕੋਈ 16-17 ਕੁ ਨਗ ਹੋਏ ਨੇ। ਇਹਦੇ ਇਸ ਦੌਰਾਨ ਕੋਈ ਮਰਿਆ ਜਾਂ ਵੇਚਿਆ ਜਾਂ ਦਬਾ ਕੀਤਾ? ਪਹਿਲ ਇਹਦੇ ਜਿਹੜੇ ਉਹਦੇ ਵਿੱਚੋਂ ਮਸਜਿਦ ਵਿੱਚ ਦਿੱਤੇ ਹਨ ਮੈਂ। ਅੱਛਾ। ਹਾਂ ਕਿ ਚਲੋ ਮਾਲ ਜਿਹੜਾ ਬਚ ਜੇ ਕਰੇ। ਸਹੀ। ਅੱਛਾ ਜੀ। ਤੇ ਦੇਸੀ ਮਾਲ ਇਹ ਜਿਹੜਾ ਆਪਣਾ ਦੋਗਲਾ ਮਾਲ ਹੈ, ਜੀ ਜੀ। ਇਹਦਾ ਕੀ ਖੂਬੀ ਹੈ ਦੂਸਰੀਆਂ ਬੱਕਰੀਆਂ ਨਾਲ? ਹਰ ਸ਼ਾਇਦ ਦੀ ਕੋਈ ਖੂਬੀ ਵੀ ਤੇ ਹੁੰਦੀ ਹੈ। ਨਹੀਂ, ਇਹਦੀ ਇਹ ਖੂਬੀ ਆਪਣੇ ਮਹੀਨੇ ਬਾਅਦ ਇਹ ਬਣ ਜਾਂਦੀ ਹੈ। ਦੂਸਰੀ ਜਿਹੜੀ ਦੇਸੀ ਬੱਕਰੀ ਹੈ ਉਹ ਸਾਲ ਬਾਅਦ ਜਾ ਕੇ ਬਣਦੀ ਜਾ ਕੇ। ਇਹ ਸੂਣ ਤੋਂ ਬਾਅਦ ਮਹੀਨੇ ਬਾਅਦ ਬਣਦੀ ਹੈ? ਮਹੀਨੇ ਬਾਅਦ ਬਣ ਜਾਂਦੀ ਹੈ। ਅੱਲਾ ਕੀਤਾ ਮਹੀਨੇ ਬਾਅਦ ਨਾ ਹਾਂ। ਲੇਲੇ ਹੋਣੇ ਚਾਹੀਦੇ ਨੇ, ਵਿੱਚ ਬਣ ਜਾਂਦੀ ਹੈ। ਸਾਲ ਚ 2 ਵਾਰੀ ਸੂਈ ਜਾਂਦੀ ਹੈ? 2 ਵਾਰੀ ਸੂ ਪੈਂਦੀ ਹੈ ਮਤਲਬ ਸਾਲ ਦੇ ਵਿੱਚ। ਦੂਸਰੀ ਜਿਹੜੀ ਉਹ ਸਾਲ ਬਾਅਦ ਸੂੰਦੀ ਹੈ ਦੇਸੀ ਜਿਹੜੀ ਹੈ। ਇਸ ਵਾਸਤੇ ਉਹ ਦੇਸੀ ਨਹੀਂ ਹਲਿਆਂਦੀ। ਨਾਲੇ ਉਹ ਸਵਾਦ ਡਾਲੀ ਸ਼ਾਲੀ ਦੇ ਮਤਲਬ ਪੱਤਰਾਂ ਛਤਰਾਂ ਦੇ ਉਹ ਜਿੱਧਰ ਨੂੰ ਮੂੰਹ ਚੁੱਕ ਲੈਣ ਉਧਰ ਨੂੰ ਟੁਰ ਪੈਂਦੀਆਂ ਨੇ। ਇਹ ਚੁੱਕਦੀਆਂ ਨਹੀਂ, ਜਿੱਧਰ ਨੂੰ ਐਵੇਂ ਕਿਆ ਰਮਾਨ ਨਾਲ ਚੁੱਕਦੀਆਂ ਨੇ ਪਈਆਂ। ਯਾਨੀ ਜਿੱਥੇ ਮਰਜ਼ੀ ਸੜਕ ਦੇ ਕਿਨਾਰੇ ਵੀ ਗੁਜ਼ਾਰਾ ਕਰ ਕਿਨਾਰੇ ਵੀ ਇਹ ਗੁਜ਼ਾਰਾ ਕਰ ਲੈਂਦੀਆਂ। ਦੂਸਰੀ ਜਿਹੜੀਆਂ ਪੱਤਰਾਂ ਦੇ ਮੇਰੇ ਖਿਆਲ ਚ ਸਭ ਤੋਂ ਵੱਡੀ ਖੂਬੀ ਇਹਨਾਂ ਦੀ ਜਾਂ ਚੋਗ ਲੈਂਦੀਆਂ ਨੇ। ਚੋਗ ਲੈਂਦੀਆਂ ਨੇ ਬਸ। ਕਿਉਂਕਿ ਪੱਠੇ ਦਾ ਬੜਾ ਮਸਲਾ ਹੁੰਦਾ ਬੱਕਰੀ ਦੇ ਮਾਮਲੇ ਚ। ਆ ਬੜਾ ਦਰਖਤ ਇਹਨੇ ਲੱਭਦੇ ਨਹੀਂ। ਦਰਖਤ ਇਹਨੇ ਲੱਭਦੇ ਨਹੀਂ। ਅੱਛਾ। ਦਰਖਤ ਇਹਨੇ ਲੱਭਦੇ ਨਹੀਂ। ਠੀਕ ਹੈ। ਠੀਕ ਹੈ ਜੀ। ਅੱਛਾ ਚਾਚੂ ਜੀ, ਇਹ ਤੁਹਾਡੀ ਬੱਕਰੀਆਂ ਜੀ 2 ਵਾਰੀ ਸੁੰਦੀਆਂ ਨੇ। ਇੱਕ ਸੂਬੇ ਚ ਕਿੰਨੇ ਬੱਚੇ ਦਿੰਦੀਆਂ ਨੇ ਆਮ ਤੌਰ ਤੇ? ਇਹ ਇੱਕ ਸੂਏ ਦੇ ਵਿੱਚ 2 ਬੱਚੇ ਦਿੰਦੇ, 4 ਬੱਚੇ ਦਿੰਦੇ ਦੋ ਛੂਈਆਂ ਦੇ ਵਿੱਚ। 3 ਵੀ ਦਿੰਦੀਆਂ ਨੇ ਕਦੀ? ਲੈਣੀਆਂ ਦਿੰਦੀਆਂ 2 ਦਿੰਦੀਆਂ ਨੇ। ਇੱਕ ਬੱਕਰੀ ਲਿਆਂਦੀ ਸੀ ਮੈਂ, ਉਹਦੇ ਤੈ ਹਨ, 2 ਮਰ ਗਏ ਹਨ, ਇੱਕ ਲੇਡੀ ਬਚ ਗਈ ਹੈ ਤੇ ਉਹ ਲੇਡੀ ਫਿਰ ਗਈ। ਅੱਛਾ। ਤੇ ਫਿਰ ਤੁਹਾਂ ਕਿੱਥਾ ਪਾਇਆ ਇਸ ਕੰਮ ਨੂੰ? ਸਾਲ ਚ ਤੁਹਾਂ ਕੀ ਤੇ ਤੁਹਾਡੇ ਨਤਾਇਜ ਨਿਕਲੇ ਨੇ ਕਿ ਕੰਮ ਚੰਗਾ ਹੈ ਮਾੜਾ? ਕੰਮ ਬਹੁਤ ਅੱਛਾ, ਅੱਲਾ ਦਾ ਸ਼ੁਕਰ। ਆਪਣਾ ਵਿਹਲਿਆਂ ਰਹੀਦਾ ਸੀ, ਬਾਜ਼ੂ ਇੱਕ ਕਮਜ਼ੋਰ ਮੇਰਾ ਖੱਬਾ। ਹਾਂ। ਅੱਲਾ ਦਾ ਬੜਾ ਸ਼ੁਕਰ ਹੈ ਤੇ ਅੱਲਾ ਤਾਲਾ ਰੋਜ਼ੀ ਪਿਆ ਦਿੰਦਾ ਇਹਨਾਂ ਵਿੱਚੋਂ। ਇਸ ਤੋਂ ਪਹਿਲੇ ਕੀ ਕਰਦੇ ਹੋ? ਇਸ ਤੋਂ ਪਹਿਲੇ ਮੈਂ ਕਰਾਚੀ ਆਪਣੇ ਜਹਾਜ਼ਾਂ ਦਾ ਆਪਣਾ ਜੇ ਕਟਾਈ ਕਰਦਾ ਹਾਂ। ਅੱਛਾ। ਪੁਰਾਣੇ ਜਹਾਜ਼ਾਂ ਦਾ ਕਾਰੋਬਾਰ ਕਰਦਾ ਹਾਂ ਅੱਛਾ। ਕਰਾਚੀ। ਠੀਕ। ਫਿਰ ਆ ਕੇ ਮੇਰਾ ਬਾਜ਼ੂ ਜਿਹੜਾ ਆਪਣਾ ਖੱਬਾ ਜਿਹੜਾ ਕਮਜ਼ੋਰ ਹੈ, ਪੱਠੇ ਵਾਢੇ ਨਹੀਂ ਜਾਂਦੇ, ਠੀਕ ਹੈ। ਉਹ ਮੈਂ ਫਿਰ ਬੱਕਰੀਆਂ ਵਾਲੇ ਪਾਸੇ ਲੱਗ ਗਿਆ। ਤੇ ਕਿੰਨਾ ਕੁ ਜਗ੍ਹਾ 'ਚ ਜਿੱਥੇ ਇਹਨਾਂ ਨੂੰ ਡੱਕਦੇ ਹੋ, ਜਗ੍ਹਾ ਕਿੰਨੀ ਕੁ? ਜਗ੍ਹਾ ਮਤਲਬ ਇੱਕ ਕਮਰਾ ਮਤਲਬ ਪੂਰਾ ਆਪਣਾ ਕੋਈ
ਤਿੰਨਾਂ ਚੌਂਗਾ ਆਰਡਰ ਹੁੰਦਾ ਅੱਛਾ। ਉਸ ਕਮਰੇ ਦੇ ਵਿੱਚ ਇਹਨਾਂ ਨੂੰ ਮੈਂ ਡੱਕ ਛੜਿਆ ਜੋ ਧੁੱਪ ਲੱਗੀ ਦੀ ਹੈ ਨਾ ਹਾਂ। ਫਿਰ ਇਹਨੂੰ ਬਾਹਰ ਕੱਢੀ ਦਾ ਥੱਲੇ ਸਫਾਈ ਸੂਈ ਕਰ ਛੜੀ ਹੈ ਪੱਤਲ ਸੁੱਟੀ ਦੇ ਥੱਲੇ ਹਾਂ। ਉਹ ਸਾਫ਼ ਕਰ ਛੜੀ ਥੱਲੇ ਜਗ੍ਹਾ ਸਾਫ਼ ਰੱਖਣੀ ਪੈਂਦੀ ਹੈ ਠੰਡ ਨਾ ਲੱਗੇ ਇਸ ਮਾਲ ਹਾਂ ਜੀ ਬੜੀ ਤੇ- ਹਿਫਾਜ਼ਤ ਕਰਨੀ ਪੈਂਦੀ ਇਸ ਮਾਲ ਦੀ ਸਹੀ ਹੈ ਜੀ ਹੋਰ ਔਰ ਕੀ ਦਵਾਈ ਹਿਫਾਜ਼ਤ ਕਰਨੀ ਪੈਂਦੀ? ਦਵਾਈ ਸ਼ਵਾਈ ਵੀ ਇਹਨਾਂ ਨੂੰ ਦਿੰਦੇ ਰਹੀਦਾ ਲਿਲ ਜਾਨ ਜਿਹੜੀ ਉਹ ਵੀ ਦੇਈਦੀ ਹੈ ਕੋਈ ਜਾਨਵਰ ਬਿਮਾਰ ਹੋ ਜਾਏ ਹਸਪਤਾਲ ਲੈ ਜਾਈਦਾ ਉਹਨੂੰ ਉੱਥੋਂ ਜਾ ਕੇ ਟੀਕੇ ਸ਼ੀਕੇ ਲਵਾਈ ਦੀ ਦਵਾਈ ਸ਼ਵਾਈ ਦੇਈਦੀ ਠੀਕ ਹੈ ਜੀ। ਤੇ ਖੁੱਲੀ ਜਗ੍ਹਾ ਵੀ ਹੈ ਵੇ ਗਰਮੀਆਂ ਚ ਬੰਨਣ ਵਾਸਤੇ? ਆ ਖੁੱਲੀ ਜਗ੍ਹਾ ਵੀ ਹੈ ਬਾਹਰ ਵੇੜੇ ਖੁੱਲੀ ਜਗ੍ਹਾ ਵੀ ਹੈ ਬੰਨਣ ਵਾਸਤੇ ਤੇ ਕਿਆ ਕੋਈ ਬੰਦਾ ਐਸਾ ਬੰਦਾ ਜਿਹਦੀ ਆਪਣੀ ਜ਼ਮੀਨ ਨਾ ਹੋਏ? ਨਹੀਂ ਜ਼ਮੀਨ ਆਪਣੀ ਵੀ ਹੈ ਕੋਈ 4-5 ਕਿੱਲੇ ਜ਼ਮੀਨ ਵੀ ਹੈ ਮੈਂ ਇਹਨਾਂ ਲੈ ਵਾਸਤੇ ਆਓ, 10 ਕਿਲੋ ਤੇ ਸਰ ਇਹ ਦੱਸੋ ਕਿ ਬੱਕਰੀ ਦੇ ਦੁੱਧ ਚ ਕੋਈ ਖਾਸ ਖੂਬੀ ਹੈ ਵੇ? ਬੱਕਰੀ ਦੀ ਖੂਬੀ ਹੈ ਸ਼ਿਫਾ ਹੈ ਦੁੱਧ ਦੇ ਵਿੱਚ ਅੱਲਾਹ ਤਾਲਾ ਨੇ ਸ਼ਿਫਾ ਪਾਈ ਹੈ ਜੜੀਆਂ ਬੂਟੀਆਂ ਸਭ ਕੁਝ ਜੋ ਲੱਭੇ ਕੌੜੀ ਖਾਈ ਜਾਂਦੀਆਂ ਨੇ ਕਿਸੇ ਦੇ ਗੋਡੇ ਆਪਣਾ ਦਰਦ ਕਰਦੇ ਉਹਨਾਂ ਨੂੰ ਦੁੱਧ ਪਿਲਾਓ ਅੱਲਾਹ ਦੇ ਹੁਕਮ ਨਾਲ ਉਹ ਠੀਕ ਹੋ ਜਾਏਗਾ ਅੱਛਾ ਕਿਉਂਕਿ ਇਹਨਾਂ ਹਰ ਚੀਜ਼ ਜਿਹੜੀ ਖਾ ਛੱਡਣੀ ਅੱਛਾ ਜੀ ਜੀ ਠੀਕ ਹੈ। ਅੱਛਾ ਮੈਂ ਸਵਾਲ ਪੁੱਛਣ ਲੱਗਾ ਹਾਂ ਤੁਹਾਡੀ ਤੇ ਜ਼ਮੀਨ ਹੈ ਵੇ ਜੀ। ਅਗਰ ਕਿਤੇ ਬੰਦੇ ਦੀ ਜ਼ਮੀਨ ਨਾ ਹੋਏ ਕਿਆ ਉਹ ਵੀ ਬੱਕਰੀਆਂ ਰੱਖ ਸਕਦਾ ਹੈ? ਰੱਖ ਸਕਦਾ ਮੇਰਾ ਗੁਜ਼ਾਰਾ ਹੋ ਸਕਦਾ ਕਿਉਂ ਇਹ ਘਾਹ ਸ਼ੂ ਖਾ ਕੇ ਬੰਨਿਆ ਛੰਨਿਆਂ ਦੇ ਫਿਰ ਕੇ ਗੁਜ਼ਾਰਾ ਕਰ ਲੈਂਦੀਆਂ ਆਪਣਾ ਪੇਟ ਆਪ ਭਰ ਲੈਂਦੀਆਂ ਨੇ ਜਿਹਦੀ ਪਹਿਲੀ ਨਾ ਵੀ ਹੋਏ ਉਹ ਵੀ ਰੱਖ ਸਕਦਾ ਬੱਕਰੀਆਂ ਵਾਲਾ ਇਹ ਕੰਮ ਬਹੁਤ ਅੱਛਾ ਹੈ ਇਹ ਬੱਕਰੀਆਂ ਹਰ ਬੰਦੇ ਨੂੰ ਰੱਖਣੀ ਚਾਹੀਦੀਆਂ ਨੇ ਜਿਹੜਾ ਮਤਲਬ ਵਿਹਲਾ ਫਿਰਦਾ ਬਕਾਰ ਉਹਨੂੰ ਬੱਕਰੀਆਂ ਰੱਖਣੀ ਚਾਹੀਦੀਆਂ ਲਾਜ਼ਮੀ ਇਹਦੇ ਵਿੱਚ ਬੜਾ ਅੱਲਾ ਦਾ ਸ਼ੁਕਰ ਹੈ ਤੇ ਇਹਦੇ ਵਿੱਚ ਬਰਕਤ ਹੀ ਬਰਕਤ ਹੈ ਇਹਦੇ ਵਿੱਚ ਘਾਟਾ ਕੋਈ ਨਹੀਂ ਪੈਂਦਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਰਕਤ ਦੀ ਤੇ ਬੜੀ ਤੁਹਾਂ ਕਮਾਲ ਗੱਲ ਕਰ ਛੜੀ ਇੱਥੇ ਮੈਨੂੰ ਇੱਕ ਵਾਕਿਆ ਵੀ ਯਾਦ ਆਇਆ ਚਲੋ ਮੈਂ ਕੋਡ ਕੀਤਾ ਤੇ ਕੰਮ ਲੰਬਾ ਹੋ ਜਾਣਾ ਹੈ ਜੀ ਜੀ ਅੱਛਾ ਤੁਸੀਂ ਇਹ ਦੱਸੋ ਕਿ ਤੁਹਾਡੀ ਨਜ਼ਰ 'ਚ ਤੁਸੀਂ ਤਜਰਬਾਕਾਰ ਬੰਦੇ ਹੋ ਜੀ, ਜੀ। ਥਾਪਦਾਰੇ ਪਿੰਡ 'ਚ ਰਹਿਣ ਵਾਲੇ ਹੋ ਤੇ ਜ਼ਿਮੀਂਦਾਰਾਂ ਦੇ ਸਮਝਦੇ ਹੋ ਜੀ ਬੱਕਰੀਆਂ ਦਾ ਮੁਆਵਜ਼ਾ ਕੀਤਾ ਜਾਏ ਮੱਝਾਂ ਗਾਈਆਂ ਨਾਲ ਤੇ ਫਾਇਦਾ ਕਿਹਦੇ 'ਚ ਬਹੁਤਾ? ਫਾਇਦਾ ਇਹਦੇ ਵਿੱਚ ਬੱਕਰੀ ਵਿੱਚ ਫਾਇਦਾ ਕਿਉਂਕਿ ਇਹਨੂੰ ਬੰਨ ਕੇ ਵੀ ਪਾਓਗੇ ਤੇ ਖਾ ਦੇਗੀ ਅੱਛਾ ਜੀ ਅੱਛਾ ਬਜ਼ੁਰਗੋ ਇਹ ਦੱਸਿਓ ਕਿ ਇਹਨਾਂ ਨੂੰ ਕੋਈ ਬਿਮਾਰੀ ਵੀ ਲੱਗਦੀ ਹੈ? ਬਿਮਾਰੀ ਇਹਨਾਂ ਨੂੰ ਨਹੀਂ ਲੱਗਦੀ ਤੇ ਜਿਹੜੀ ਇਹਨਾਂ ਨੂੰ ਦਵਾਈ ਸ਼ਵਾਈ ਪਿਲਾਉਂਦੇ ਰਹੀ ਤੇ ਬਿਮਾਰੀ ਨਹੀਂ ਲੱਗਦੀ ਇਹਨਾਂ ਨੂੰ। ਸਹੀ ਹੋ ਗਿਆ। ਹਾਂ ਇੱਕ ਤੇ ਵੈਸੇ ਬੜੀ ਆਮ ਗੱਲ ਹੈ ਜੀ ਜੀ ਇੱਕ ਬੜੀ ਆਮ ਗੱਲ ਕਹੀ ਜਾਂਦੀ ਹੈ ਕਿ ਬੱਕਰੀਆਂ ਜਿਹੜੀਆਂ ਨੇ ਇਹਨਾਂ ਨੂੰ ਸਰਦੀ ਤੋਂ ਬਚਾਉਣਾ ਚਾਹੀਦਾ ਹੈ। ਸਰਦੀ ਕੋਲੋਂ ਬਚਾਉਣਾ ਚਾਹੀਦਾ ਤੁਸੀਂ- ਗਰਮੀ ਕੋਲੋਂ ਵੀ ਬਚਾਓ ਸਰਦੀ ਕੋਲੋਂ ਵੀ ਇਹਨਾਂ ਨੂੰ ਬਚਾਓ ਇਹਨਾਂ ਦੀ ਹਿਫਾਜ਼ਤ ਕਰੋ ਬੱਕਰੀਆਂ ਦੀ ਲੇਕਿਨ ਜਿੱਥੇ ਬੱਕਰੀਆਂ ਰੱਖੀਆਂ ਜਾਂਦੀਆਂ ਨੇ ਇਹ ਪਿਸ਼ਾਬ ਬੋਝਦਾ ਕਰਦੀਆਂ ਨੇ ਉਹ ਆਹ ਜਗ੍ਹਾ ਜਗ੍ਹਾ ਗਿੱਲੀ ਸਾਫ਼ ਹੋ ਹੋਣੀ ਜਾਂਦੀ ਹੈ। ਚਾਹੀਦੀ ਥੱਲੇ ਜਗ੍ਹਾ ਸਾਫ਼ ਹੋਣੀ ਚਾਹੀਦੀ ਤੁਸੀਂ ਉਹਦੇ ਵਾਸਤੇ ਕੀ ਕਰਦੇ ਹੋ? ਮੈਂ ਬਿਲਕੁਲ ਜਗ੍ਹਾ ਸਾਫ਼ ਸੁਥਰੀ ਆਪਣਾ ਥੱਲੇ ਜਿਹੜੀ ਨਾ ਜਗ੍ਹਾ ਸਾਫ਼ ਰੱਖਣਾ ਸਫਾਈ ਰੱਖਣਾ ਤੇ ਆਪੇ ਹੀ ਸਫਾਈ ਕਰ ਛੜੀ ਦੀ ਹੈ ਆਪੇ ਮੈਂ ਜਗ੍ਹਾ ਸਾਫ਼ ਰੱਖੀ ਦੀ ਹੈ ਥੱਲੇ ਤੇ ਸਰਦੀ ਤੋਂ ਬਚਾਉਣ ਵਾਸਤੇ ਕੀ ਸਰਦੀ ਕਰਦੇ ਤੋਂ ਹੋ? ਬਚਾਉਣ ਵਾਸਤੇ ਇਹਨਾਂ ਨੂੰ ਸਰਦੀ ਵਿੱਚ ਅੰਦਰ ਡੱਕ ਛੜੀ ਦਾ ਜਿੰਨਾ ਤੱਕ ਧੁੱਪ ਨਾ ਲੱਗੇ ਇਹਨਾਂ ਨੂੰ ਬਾਹਰ ਨਹੀਂ ਕੱਢੀ ਅੰਦਰ ਤੰਗ ਨਹੀਂ ਪਾਈ ਜਾਂਦੀ? ਨਹੀਂ ਨਹੀਂ ਖੁਸ਼ ਹੋ ਕੇ ਬੈਠੀਆਂ ਰਹਿੰਦੀਆਂ ਨੇ ਥੱਲੇ ਨਿੰਗੇ ਥਾਂ ਬੈਠੀਆਂ ਰਹਿੰਦੀਆਂ ਥੱਲੇ ਪੱਤਲ ਸੁੱਟ ਛੜੀ ਦਾ ਤੂੜੀ ਸੁੱਟ ਛੜੀ ਦੀ ਹੈ ਥੱਲੇ ਐਂ ਨਿੰਗੇ ਥਾਂ ਬਹਿ ਰਹਿੰਦਾ ਮਾਲ ਬੜੇ ਸਕੂਨ ਨਾਲ ਬੈਠਾ ਅੱਛਾ ਤੇ ਉਹ ਭੁੱਖ ਨਹੀਂ ਹੋਣੀ ਦੇਰ ਨੂੰ ਲੱਗਦੀਆਂ ਕੁਝ ਪਹਾੜ ਦੇ ਹੋ? ਨਹੀਂ 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 ਇਹਨਾਂ ਟਾਈਮ ਨਾਲ ਹੀ ਮਤਲਬ ਮੈਂ ਕਰ ਲੈਣਾ ਬਾਹਰ ਕੋਈ 11 ਕੁ ਵਜੇ ਨਾਲ ਇਹਨਾਂ ਟਾਈਮ ਨਾਲ ਕਰ ਲੈਣਾ ਹੁਣ 11 ਵਜੇ ਦੀ ਕੱਢੀਆਂ ਹੁਣ ਸ਼ਾਮ ਤੱਕ ਇਹਨਾਂ 5 ਵਜੇ ਤੱਕ ਚੁਗਲਿਆਂ ਜੋ ਇਹਨਾਂ ਰੱਜ ਲੈਣਾ ਇਹਨਾਂ ਆਪੀ ਟੁਰ ਪੈਣਾ ਠੀਕ ਹੈ। ਅੱਛਾ ਲੈ ਲੈ ਜਿਹੜੇ ਨਾ ਅੱਜ ਮਤਲਬ ਮੈਨੂੰ ਇਹਨਾਂ 15,000 ਰੁਪਏ ਲੈ ਲਿਆ ਲੱਗਦਾ ਮੈਂ ਲੈ ਲੈ ਇੱਥੇ ਜਾ ਕੇ ਵੇਚਣੀ ਇੱਥੇ ਜਾ ਕੇ 25-30 ਹਜ਼ਾਰ ਦੇ ਲੈ ਲੈ ਵੇਚਣੀ ਨੂੰ ਹੁਣ ਦੇਣ ਦਾ ਫਾਇਦਾ ਕੋਈ ਨਹੀਂ ਅੱਛਾ ਅੰਕਲ ਜੀ ਤੁਸੀਂ ਲੈਂਦੇ 60,000 ਦੇ ਜੀ, ਜੀ। ਚਲੋ ਲੈ ਲਿਆ ਨਹੀਂ ਗੱਲ ਹੋ ਗਈ ਜੀ ਓਵਰਆਲ ਸਾਲ 'ਚ ਮਾਲ ਹੁਣ ਕਿੰਨੇ ਦਾ ਹੋ ਗਿਆ ਤੁਹਾਡੀ ਨਜ਼ਰ 'ਚ? ਇਹ ਅੱਲਾ ਕੀਤਾ ਤੇ ਅੱਜ ਵੀ ਆਪਣਾ 2-2.5 ਲੱਖ ਰੁਪਏ ਦਾ ਮਾਲ ਹੈ ਮੇਰੀ ਨਜ਼ਰਾਂ ਦੇ ਵਿੱਚ ਯਾਨੀ 2 ਲੱਖ ਰੁਪਏ ਦਾ ਵੱਧ ਗਿਆ ਵੱਧ ਗਿਆ ਜ਼ਬਰਦਸਤ ਜੀ, ਜਿੰਦਾਬਾਦ ਬੜਾ ਅੱਲਾ ਦਾ ਸ਼ੁਕਰ ਹੈ ਇਹਦੇ ਵਿੱਚ ਬਰਕਤ ਬੜੀ ਹੈ ਇਹ ਹਜ਼ੂਰ ਪਾਕ ਦੀ ਸੁਨਨਤ ਹੈ ਠੀਕ ਹੈ ਇਹ ਸੁਨਨਤ ਅੱਛਾ। ਹੈ ਇਹਨੂੰ ਆਪਣਾ ਮਾਲ ਰੱਖਣਾ ਬੱਕਰੀ ਪਾਲਣਾ ਹਜ਼ੂਰ ਪਾਕ ਦੀ ਸੁਨਨਤ ਹੈ ਮਾਸ਼ਾਅੱਲਾ ਜੀ ਉਹਦੇ ਵਿੱਚ ਬਰਕਤ ਹੀ ਬਰਕਤ ਹੈ। ਬਰਕਤ ਹੈ ਇਹਦੇ ਵਿੱਚ ਘਾਟਾ ਕੋਈ ਨਹੀਂ ਜਿਹੜਾ ਬੰਦਾ ਵੀ ਰੱਖੇ ਉਹਨੂੰ ਫਾਇਦਾ। ਜਿਹੜਾ ਬੰਦਾ ਵੀ ਰੱਖੇਗਾ ਉਹਨੂੰ ਫਾਇਦਾ ਹੋਏਗਾ ਘਾਟਾ ਕੋਈ ਨਹੀਂ ਹੋਏਗਾ ਇਨਸ਼ਾਅੱਲਾ ਤਾਲਾ ਅੱਛਾ ਮੈਂ ਇਹਨੂੰ ਬਖਸ਼ ਹੈ ਇਹ ਗੱਲ ਪੁੱਛਣਾ ਚਾਹ ਰਿਹਾ ਕਿ ਤੁਹਾਡੇ ਛੋਟੇ ਜਾ ਵੀ ਨੇ ਨਾਲ ਜੀ ਜੀ ਛੋਟੇ ਛੋਟੇ ਬੱਚੇ ਨੇ ਜੀ ਤੇ ਇਹਨਾਂ ਨੂੰ ਤੁਸੀਂ ਬਾਹਰ ਲੈ ਆਉਂਦੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ? ਨਹੀਂ ਨਹੀਂ ਇਹ ਦੁੱਧ ਸ਼ੁੱਧ ਪੀਂਦੇ ਨੇ ਆਪਣਾ ਮੂੰਹ ਸ਼ੂ ਮਾਰਦੇ ਨੇ ਸਗੋਂ ਫੁੱਲਦੇ ਨੇ ਬਾਹਰ ਸਗੋਂ ਸਹੀ ਰਹਿੰਦਾ ਹੈ ਮਾਲ ਹਾਂ। ਘਰ ਵੱਜਿਆ ਫਿਰ ਤੰਗ ਆ ਜਾਂਦਾ ਹੈ। ਅੱਛਾ। ਇਹ ਦੁੱਧ ਸ਼ੁੱਧ ਪੀਂਦੇ ਨੇ ਨਾਲ ਇਹ ਆਵੇ ਮੂੰਹ ਸ਼ੂ ਪੇ ਮਾਰੇ ਪੀ ਹਾਂਜੀ। ਚੁਗਦੇ ਨੇ ਨਾਲ ਤੇ ਕਿੰਨੇ ਕੁ ਦਾ ਜਾ ਲੈ ਆਉਂਦੇ ਹੋ? ਹਾਂ ਕਿੰਨੇ ਕੁ ਦਾ ਕਿੰਨਾ ਹੋਏ ਮਤਲਬ ਕਿੰਨੀ ਦੇਰ ਦਾ ਤੇ ਉਹਨੂੰ ਬਾਹਰ ਲੈ ਜਾ ਆਉਂਦੇ? ਬਸ ਮਹੀਨੇ ਤੱਕ ਹੋਏ ਮਹੀਨੇ ਤੱਕ ਰੱਖੀਦਾ ਹੈ। ਮਹੀਨੇ ਬਾਅਦ ਆਪਣਾ ਜਾ ਲਾਈਦਾ ਮਹੀਨਾ ਸਿਰਫ ਇਹਨਾਂ ਨੂੰ ਰੈਸਟ ਦੇਈਦੀ ਹੈ ਮਹੀਨੇ ਬਾਅਦ ਇਹਨਾਂ ਆਪੇ ਦੌੜ ਪਾਣਾ ਨਾਲ ਸਹੀ ਹੋ ਗਿਆ। ਜੀ ਤੇ ਬੱਕਰੀਆਂ ਦਾ ਦੁੱਧ ਵੀ ਇਸਤੇਮਾਲ ਕਰ ਰਹੇ ਹੋ ਕਿ ਨਹੀਂ? ਨਹੀਂ ਬੱਕਰੀਆਂ ਦਾ ਦੁੱਧ ਸ਼ੁੱਧ ਚਾਹ ਸ਼ਾਹ ਵਾਸਤੇ ਜਿਵੇਂ ਜ਼ਰੂਰਤ ਪਏ ਚੋਲੀ ਦਾ ਬਾਕੀ ਬੱਚੇ ਪਏ ਪੀਂਦੇ ਨੇ ਠੀਕ ਹੋ ਬੱਚੇ ਵੀ ਪਾਲਣੇ ਜ਼ਰੂਰੀ ਨਾ ਸਹੀ ਹੈ ਜੀ ਤੇ ਇਹ ਕਿੰਨੀ ਦੇਰ ਚ ਇੱਕ ਜਿਹੜਾ ਵੀ ਬੱਚਾ ਦਾ ਜਵਾਨ ਹੋ ਜਾਂਦਾ ਹੈ? ਬੱਚਾ ਅੱਲਾ ਕੀਤਾ ਤੇ ਸਾਲ ਦਾ ਹੋਏ ਤੇ ਈਦ ਤੇ ਆਪਣਾ ਕੁਰਬਾਨੀ ਲੱਗ ਸਕਦਾ ਸਹੀ 1 ਹੈ। ਸਾਲ ਦਾ ਹੋਏ ਤੇ ਈਦ ਤੋਂ ਪਹਿਲੇ ਹੋਏ ਈਦ ਤੋਂ ਚੰਦ ਤੋਂ ਪਹਿਲੇ ਮਤਲਬ ਬੱਕਰੀ ਸੂਈ ਹੋਏ ਉਹ ਹੀ ਕੁਰਬਾਨੀ ਲੱਗ ਜਾਂਦਾ ਹੈ। ਕੁਰਬਾਨੀ ਲੱਗ ਜਾਂਦਾ ਹੈ। ਰੇਲੀ ਕਿੰਨੀ ਦੇਰ ਬਾਅਦ ਸੂਣ ਵਾਲੀ ਹੁੰਦੀ? ਲੇਲੀ ਬਾਅਦ ਮਹੀਨੇ ਬਾਅਦ ਆਪਣਾ ਇਹ ਸੂਣ ਵਾਲੀ ਬਣ ਜਾਂਦੀ ਹੈ। ਨਹੀਂ ਜਿਹੜਾ ਬੱਚਾ ਛੋਟਾ ਛੋਟਾ ਮਤਲਬ ਛੋਟਾ ਉਹ ਜਿਹੜੇ ਛੋਟਾ ਬੱਚਾ ਜਿਹੜਾ ਮਤਲਬ 6-7 ਮਹੀਨੇ ਤੱਕ ਉਹ ਬਣ ਜਾਂਦੀ ਹੁਣ ਇਹ ਪਾਠ ਵੇਖੋ ਕਿੱਡੀ ਕੁ। ਜੀ
ਇਹ ਸੂਣ ਵਾਲੀ ਹੈ, ਇਹ ਕਾਲੀ ਜਿਹੜੀ ਹੈ ਇਹ ਕਾਲੀ। ਇਹ ਕਿੰਨੇ ਮਹੀਨੇ ਦੇ ਹੋਏਗੀ? ਤੇ ਇਹ ਪਿਛਲੇ ਸੂਏ ਦੀ ਜੇ ਹਿਸਾਬ ਲਾ, ਅੱਛਾ ਯਾਨੀ 5-6 ਮਹੀਨੇ ਦੀ ਹੈ। 5-6 ਮਹੀਨੇ ਪਿਛਲੇ ਸੂਏ ਦੀ ਹੈ ਇਹ ਸੂਣ ਵਾਲੀ। ਇੱਕ ਹੋਰ ਇਹਦੇ ਨਾਲ ਦੀ ਹੋਏਗੀ, ਇਹ ਲਾਲ ਜੀ ਆਪਣਾ, ਉਹ ਵੀ ਸੂਣ ਵਾਲੀ ਹੋਣੀ। ਲੇਲਾ ਵਿੱਚ ਹੋਏ ਹੁੰਦੀਆਂ ਨੇ ਨੀਆਂ। ਹਾਂ ਲੇਲਾ ਵਿੱਚ ਹੋਣਾ ਚਾਹੀਦਾ। ਲੈ ਤੁਹਾਡੇ ਕੋਲ ਇਸ ਟਾਈਮ ਕਿੰਨੇ ਨੇ? ਲੇਲੇ ਇਸ ਵੇਲੇ ਮਤਲਬ ਸਾਡੇ ਕੋਲ 5 ਲੇਲੇ ਵੱਡੇ ਨੇ, 2 ਛੋਟੇ ਨੇ। ਇਹਦੇ ਵਿੱਚ 3 ਲੇਲੇ ਮਸਜਿਦ ਦੇ ਨੇ, ਅੱਛਾ 3 ਲੇਲੇ ਮਸਜਿਦ ਦੇ ਨੇ, ਤੇ ਬਾਕੀ 2 ਅੱਲਾ ਨੂੰ ਮਨਜ਼ੂਰ ਹੋਇਆ ਤੇ ਹੋਰ ਲਿਆਉਣੇ ਨੇ ਨਾ, ਲੇਲੇ ਲਿਆਉਣੇ ਮਸਜਿਦ ਵਾਸਤੇ। 5 ਲੇਲੇ ਮਸਜਿਦ ਨੂੰ ਪੈਸੇ ਵੇਚ ਕੇ ਮਸਜਿਦ ਵਿੱਚ ਪੈਸੇ ਦੇਣੇ, ਮਸਜਿਦ ਦੀ ਤਮੀਰਾਤ ਵਾਸਤੇ। ਆਤਮੀਰ ਵਾਸਤੇ। ਉਹ ਅੱਲਾਹ ਤਾਲਾ ਆਪਣਾ ਬਿਹਤਰ ਕਰੇਗਾ, ਫਿਰ ਇਹ ਬਿਮਾਰ ਨਹੀਂ ਹੋਣ ਦੇ, ਤੇ ਇਨਸ਼ਾਅੱਲਾ ਤਾਲਾ ਫਿਰ ਤਰੱਕੀ ਹੁੰਦੀ ਜਾਏਗੀ। ਅੱਲਾ ਨਾਲ ਤੁਹਾਡਾ- ਅੱਲਾ ਬਸ, ਅੱਲਾ ਨਾਲ ਤਜਾਰਤ ਕਰ ਰਹੇ ਹਾਂ ਨੇ। ਬਸ ਬਸ। ਠੀਕ ਹੈ ਜੀ। ਅੱਛਾ ਬਜ਼ੁਰਗੋ, ਬਹੁਤ ਸ਼ੁਕਰੀਆ, ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀਆਂ ਨੇ। ਜੀ ਜੀ ਉਮੀਦ ਹੈ ਕਿ ਸਾਡੇ ਨਾਜ਼ਰੀਨ ਤੁਹਾਡੀਆਂ ਗੱਲਾਂ ਸੁਣ ਕੇ ਉਹ ਤੋਂ ਫਾਇਦਾ ਲੈਣਗੇ। ਠੀਕ ਹੈ ਔਰ ਇਨਸ਼ਾਅੱਲਾ। ਜਿਹੜੇ ਬੰਦੇ ਵਿਹਲੇ ਨੇ, ਜਿਹੜੇ ਕੁਝ ਵੀ ਨਹੀਂ ਕਰ ਕੁਛ ਸਕਦੇ, ਨਹੀਂ ਕਰ ਸਕਦੇ ਬਿਲਕੁਲ ਬਕਾਰ ਨੂੰ, ਮਤਲਬ ਬੱਕਰੀਆਂ ਬਣਾ ਲੈਣ ਤੇ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਭੁੱਖਾ ਨਹੀਂ ਮਰੇਗਾ। ਠੀਕ ਹੈ, ਨਾਲੇ ਵਾਰੇ ਲੱਗੇ ਰਹਿਣਗੇ, ਸਾਰੇ ਨਾਲੇ ਲੱਗੇ ਰਹਿੰਦੇ ਬਿਲਕੁਲ। ਠੀਕ ਹੋ ਗਿਆ ਜੀ। ਬਹੁਤ ਅੱਲਾ ਦਾ ਮਿਹਰਬਾਨੀ ਬੜਾ ਜੀ, ਬਹੁਤ ਸ਼ੁਕਰ ਹੈ। ਸ਼ੁਕਰੀਆ।